ਹੈਲੋ एवरीवन ਵੈਲਕਮ ਟੂ ਸਟ੍ਰੇ ਸ਼ੋਕਰਸ ਹਿਅਰ ਸਟੱਡੀ ਬਿਕਮਸ ਈਜ਼ੀਅਰ। ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਆਪਣੇ ਚੈਨਲ ਤੇ ਪੰਜਾਬੀ ਗ੍ਰਾਮਰ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜੋ ਕਿ ਸਾਰੀ ਹੀ ਪੰਜਾਬ ਦੇ ਗਵਰਨਮੈਂਟ ਐਗਜ਼ਾਮਸ ਲਈ ਹੈਲਪਫੁਲ ਹੈ, ਚਾਹੇ ਉਹ ਐਨਟੀਟੀ ਦਾ ਐਗਜ਼ਾਮ ਹੋਵੇ, ਈਟੀਟੀ ਦਾ ਐਗਜ਼ਾਮ ਹੋਵੇ, ਮਾਸਟਰ ਕੈਡਰ, ਪਟਵਾਰੀ, ਪੀਐਸਪੀਸੀਐਲ ਦਾ, ਪੰਜਾਬ ਪੁਲਿਸ ਦਾ, ਪੀਐਸ ਟੈਟ ਲਈ ਔਰ ਸੀ ਟੈਟ ਲਈ ਵੀ ਉਹ ਹੈਲਪਫੁਲ ਰਹਿਣ ਵਾਲੀ ਹੈ। ਤੇ ਇਸ ਦੇ ਵਿੱਚ ਆਪਾਂ 11ਵਾਂ ਲੈਕਚਰ ਲੈ ਕੇ ਆਪਾਂ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਅੱਜ ਆਪਾਂ ਪੜ੍ਹਨ ਵਾਲੇ ਹਾਂ ਜੀ ਖੰਡੀ ਧੁਨੀਆਂ ਦਾ ਜਿਹੜਾ ਆਪਾਂ ਪੜ੍ਹਿਆ ਸੀ ਵਰਗੀਕਰਨ, ਉਸਨੂੰ ਆਪਾਂ ਡਿਟੇਲ ਦੇ ਵਿੱਚ ਵਰਨਮਾਲਾ ਦੇ ਥਰੂ ਸਮਝਾਂਗੇ। तो चलो शुरू करते हैं वीडियो नूं शुरू करन तो पहला एक रिक्वेस्ट, जे तुसीं चैनल ते पहली बार विजिट किया तो प्लीज़ चैनल नूं सबसक्राइब कर लो, बैल आइकन नूं जरूर प्रेस कर लेना जिस नाल तुहानूं आउण वाली सारी वीडियोज़ की अपडेट टाइम सिर ते सब तो पहला मिलेगी। तुसीं फेसबुक ते भी फॉलो कर सकते हो, उसका लिंक तुहानूं डिस्क्रिप्शन बॉक्स दे विचों मिल जाएगा। फेसबुक ते आपां ईडियम ते फ्रेजल वर्ब दी एक सीरीज़ शुरू की हुई है। जे तुसीं अपनी इंग्लिश लैंगुएज नूं इंप्रूव करना चाहते हो, अपनी ग्रामर नूं इंप्रूव करना चाहते हो तो तुसीं उस सीरीज़ दे विच हिस्सा लै सकते हो। उस दे विच पार्टिसिपेट करन लई तुहानूं अपना चैनल जिहड़ा हैगा ओह फॉलो करना होएगा, लिंक तुहानूं डिस्क्रिप्शन बॉक्स दे विचों मिल जाएगा। हाँ जी, लास्ट लैक्चर ਦੇ ਵਿੱਚ ਆਪਾਂ ਧੁਨੀ ਬੋਧ ਦੇ ਅੰਦਰ ਧੁਨੀਆਂ ਦਾ ਵਰਗੀਕਰਨ ਜਿਹੜਾ ਉਹ ਪੜ੍ਹਿਆ ਸੀ। ਧੁਨੀਆਂ ਦੇ ਵਰਗੀਕਰਨ ਦੇ ਵਿੱਚ ਅਸੀਂ ਦੋ ਤਰ੍ਹਾਂ ਦਾ ਧੁਨੀਆਂ ਦਾ ਵਰਗੀਕਰਨ ਸਿੱਖਿਆ ਸੀ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਖੰਡੀ ਧੁਨੀਆਂ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਸਵਰ, ਅਰਧ ਸਵਰ ਤੇ ਵਿਅੰਜਨ। ਤੇ ਅਖੰਡੀ ਧੁਨੀਆਂ ਦੇ ਅੱਗੇ ਤਿੰਨ ਟਾਈਪਸ ਹੈਗੀਆਂ ਨੇ ਜੀ, ਨਾਸਿਕਤਾ, ਬਲ ਤੇ ਸੁਰ। ਤੇ ਵਿਅੰਜਨਾਂ ਦਾ ਵਰਗੀਕਰਨ ਵੀ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ। ਤੇ ਵਿਅੰਜਨਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਿਆ ਸੀ, ਉਚਾਰਨ ਸਥਾਨ ਤੇ ਉਚਾਰਨ ਢੰਗ ਦੇ ਆਧਾਰ ਤੇ। ਉਚਾਰਨ ਢੰਗ ਦੇ ਆਧਾਰ ਤੇ ਅਸੀਂ ਅੱਗੇ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ, ਡਕਵੇਂ ਵਿਅੰਜਨ ਤੇ ਅਡਕਵੇਂ ਵਿਅੰਜਨ। ਡਕਵੇਂ ਵਿਅੰਜਨ ਅੱਗੇ ਚਾਰ ਤਰ੍ਹਾਂ ਦੇ ਹੁੰਦੇ ਨੇ, ਸਗੋਸ਼, ਅਘੋਸ਼, ਮਹਾਪ੍ਰਾਂਤ ਤੇ ਅਲਪਪ੍ਰਾਂਤ। ਤੇ ਇਹਨਾਂ ਨੂੰ ਹੁਣ ਹਰ ਇੱਕ ਟਾਈਪ ਨੂੰ ਆਪਾਂ ਡਿਟੇਲ ਦੇ ਵਿੱਚ ਇੱਥੇ ਸਟੱਡੀ ਕਰਾਂਗੇ। ਤੇ ਸਾਰੀ ਜਿਹੜੀ ਆਪਾਂ ਧੁਨੀਆਂ ਨੇ ਤੇ ਧੁਨੀਆਂ ਦੀ ਜਿੰਨੀਆਂ ਵੀ ਟਾਈਪਸ ਆਪਾਂ ਇੱਥੇ ਪੜ੍ਹੀਆਂ, ਚਾਹੇ ਉਹ ਖੰਡੀ ਧੁਨੀਆਂ, ਚਾਹੇ ਖੰਡੀ ਧੁਨੀਆਂ ਜਾਂ ਸਵਰ ਹੈ ਜਾਂ ਵਿਅੰਜਨ ਹੈ, ਸਾਰਾ ਕੁਝ ਇੱਕੋ ਹੀ ਚੀਜ਼ ਦੇ ਵਿੱਚ ਆਪਾਂ ਪੜ੍ਹਾਂਗੇ। ਉਹ ਕੀ ਹੈ ਜੀ, ਉਹ ਵਰਨਮਾਲਾ। ਤੇ ਵਰਨਮਾਲਾ ਨੂੰ ਦੇਖਦੇ ਹੋਏ ਅਸੀਂ ਸਾਰੀਆਂ ਟਾਈਪਸ ਨੂੰ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਖੰਡੀ ਧੁਨੀਆਂ ਦੇ ਅੰਦਰ ਸਵਰ, ਅਰਧ ਸਵਰ ਤੇ ਵਿਅੰਜਨ ਆਪਾਂ ਦੇਖਦੇ ਹਾਂ ਕਿ ਕਿਹੜੇ ਨੇ। ਹਾਂਜੀ, ਤਾਂ ਇਹ ਆਪਣੇ ਸਾਡੇ ਸਾਹਮਣੇ ਵਰਨਮਾਲਾ, ਸਾਡੀ ਪੰਜਾਬੀ ਦੀ ਵਰਨਮਾਲਾ, ਜਿਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ। ਇਸਦਾ ਨਾਮ ਜੋ ਹੈ 35 ਅੱਖਰੀ ਵੀ ਇਸਨੂੰ ਕਿਹਾ ਜਾਂਦਾ, ਉਹ ਵੀ ਆਪਾਂ ਨਾਲ ਹੀ ਲਿਖ ਲੈਂਦੇ ਹਾਂ। ਹਾਲਾਂਕਿ ਹੁਣ 35 ਅੱਖਰ ਤੋਂ ਇਹਦੇ ਵਿੱਚ ਜਿਹੜੇ ਅੱਖਰ ਨੇ ਉਹ ਵੱਧ ਗਏ ਨੇ, ਲੇਕਿਨ ਇਸਦਾ ਜੋ ਨਾਮ ਹੈਗਾ ਉਹ 35 ਅੱਖਰੀ ਹੀ ਰਹੇਗਾ। ਕਿਉਂਕਿ ਕੁਐਸਚਨ ਕਈ ਵਾਰ ਆ ਜਾਂਦਾ ਹੈ ਕਿ ਪੰਜਾਬੀ ਦੀ ਵਰਨਮਾਲਾ ਦਾ ਜਿਹੜਾ ਇੱਕ ਹੋਰ ਨਾਮ ਜਿਹੜਾ ਉਹ ਦੱਸੋ, ਤਾਂ ਉਹਦਾ ਇੱਕ ਹੋਰ ਨਾਮ ਹੈ 35 ਅੱਖਰੀ। ਹੁਣ ਇਹਦੇ ਵਿੱਚ ਆਪਾਂ ਹਰ ਇੱਕ ਚੀਜ਼ ਆਪਾਂ ਜਿਹੜੇ ਆਪਾਂ ਕਲਾਸੀਫਿਕੇਸ਼ਨ ਧੁਨੀਆਂ ਦਾ ਵਰਗੀਕਰਨ ਦੇਖਿਆ ਉਹ ਇਹਦੇ ਥਰੂ ਆਪਾਂ ਪੜ੍ਹਾਂਗੇ। ਸਾਰਾ ਜਿਹੜਾ ਚਾਰਟ ਆਪਾਂ ਇਹਦੇ ਇਰਦ ਗਿਰਦ ਹੀ ਬਣਾਵਾਂਗੇ ਤਾਂ ਕਿ ਆਪਾਂ ਨੂੰ ਐਗਜ਼ਾਮ ਟਾਈਮ ਵੀ ਜਿਹੜਾ ਉਹ ਜਿਹੜਾ ਆਪਣਾ ਹੱਲ ਹੋ ਜਾਵੇ ਕੰਮ, ਅਤੇ ਆਪਾਂ ਨੂੰ ਐਗਜ਼ਾਮ ਟਾਈਮ ਜਿਹੜਾ ਈਜ਼ੀਲੀ ਸਾਰੀ ਰਿਵੀਜ਼ਨ ਇੱਕੋ ਹੀ ਚਾਰਟ ਦੇ ਵਿੱਚ ਹੋ ਜਾਵੇ। ਬਾਕੀ ਡਿਟੇਲ ਦੇ ਵਿੱਚ ਵੀ ਹਰ ਇੱਕ ਚੀਜ਼ ਆਪਾਂ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਣੀ ਵਰਨਮਾਲਾ ਜਿਹੜੀ ਹੈ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ, ਤਾਂ ਇਹ ਜਿਹੜੇ ਆਪਣੇ ਆਹ ਸਾਰੀ ਜਿਹੜੀ ਲਾਈਨਸ ਲਿਖੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਵਰਗ। ਹਰ ਇੱਕ ਲਾਈਨ ਨੂੰ ਆਪਾਂ ਇੱਕ ਵਰਗ ਕਹਿੰਦੇ ਹਾਂ, ਦਾ ਇੱਕ ਨਾਮ ਹੈਗਾ। ਤਾਂ ਪਹਿਲਾਂ ਉਹ ਵਰਗ ਦੇਖ ਲੈਂਦੇ ਹਾਂ ਕਿ ਕਿਹੜੀ ਲਾਈਨ ਨੂੰ ਕਿਹੜਾ ਵਰਗ ਕਿਹਾ ਜਾਂਦਾ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਵਰਗ ਦੇ ਰਿਲੇਟਡ ਜ਼ਰੂਰ ਆਉਂਦਾ। ਇੱਕ ਜਾਂ ਦੋ ਕੁਐਸਚਨ ਐਗਜ਼ਾਮ ਦੇ ਵਿੱਚ ਵਰਗ ਦੇ ਰਿਲੇਟਡ ਪੱਕਾ ਆਉਂਦੇ ਨੇ। ਤਾਂ ਸ਼ੁਰੂ ਕਰਦੇ ਹਾਂ ਵਰਗ ਦੇ ਰਿਲੇਟਡ। ਸਭ ਤੋਂ ਪਹਿਲੀ ਲਾਈਨ ਹੈਗੀ ਹੈ ਜੀ ਆਪਣੀ ਊੜਾ, ਆੜਾ, ਈੜੀ, ਸੱਸਾ, ਹਾਹਾ ਵਾਲੀ ਲਾਈਨ। ਇਸਨੂੰ ਕਿਹੜਾ ਕਿਹਾ ਜਾਂਦਾ ਹੈ? ਇਸਨੂੰ ਕਿਹਾ ਜਾਂਦਾ ਜੀ ਮਿਸ਼ਰਿਤ ਵਰਗ। ਇਸਨੂੰ ਕਿਹਾ ਜਾਂਦਾ ਹੈ ਮਿਸ਼ਰਿਤ ਵਰਗ। ਹਾਂਜੀ, ਤਾਂ ਇਸਨੂੰ ਮਿਸ਼ਰਿਤ ਵਰਗ ਕਿਹਾ ਜਾਂਦਾ। ਮੁੱਖ ਟੋਲੀ ਕਹਿ ਲਓ, ਮਿਸ਼ਰਿਤ ਵਰਗ ਕਹਿ ਲਓ, ਇਸਨੂੰ ਕਿਹਾ ਜਾਂਦਾ। ਉਸ ਤੋਂ ਬਾਅਦ ਹਰ ਇੱਕ ਲਾਈਨ ਦੇ ਪਹਿਲਾ ਅੱਖਰ ਹੈ ਜਿਹੜਾ ਉਸਦੇ ਨਾਮ ਤੇ ਵਰਗ ਜਿਹੜਾ ਇਹਦਾ ਨਾਮ ਦਿੱਤਾ ਜਾਂਦਾ। ਜਿਵੇਂ ਇਹ ਵਾਲੀ ਲਾਈਨ ਹੈ, ਇਸਦਾ ਪਹਿਲਾ ਅੱਖਰ ਕੀ ਹੈ ਜੀ, ਕ, ਤਾਂ ਇਸਨੂੰ ਕਿਹਾ ਜਾਂਦਾ ਕ ਵਰਗ। ਤਾਂ ਇਸਨੂੰ ਕਿਹਾ ਜਾਂਦਾ ਕ ਵਰਗ। ਤਾਂ ਕ ਵਰਗ, ਕ ਵਰਗ, ਕ, ਖ, ਗ, ਕ। ਤੇ ਕਈਆਂ ਨੂੰ ਇਹ ਵਾਲੇ ਚਿੰਨ੍ਹ ਦਾ ਜਿਹੜਾ ਉਚਾਰਨ ਹੈ ਉਹਦੇ ਬਾਰੇ ਨਹੀਂ ਪਤਾ ਚੱਲਦਾ, ਤਾਂ ਇਹ ਵਾਲਾ ਜਿਹੜਾ ਹੈਗਾ ਚਿੰਨ੍ਹ, ਇਸਦਾ ਉਚਾਰਨ ਅੰਗਾਂ ਕਰਕੇ ਆਉਂਦਾ ਜੀ। ਕੱਕਾ, ਖੱਖਾ, ਗੱਗਾ, ਘੱਗਾ, ਅੰਗਾ। ਅੰਗਾ ਕਿਉਂ ਕਿਹਾ ਜਾਂਦਾ? ਕਿਹੜੇ ਸ਼ਬਦ ਦੇ ਵਿੱਚ ਇਹਦਾ ਉਚਾਰਨ ਆਉਂਦਾ ਜੀ? ਜਿਵੇਂ ਕੰਗਾ ਸ਼ਬਦ ਹੈ, ਕੰਗਾ ਦੇ ਵਿੱਚ ਅੰਗਾ ਪਿੱਛੇ ਜਿਹੜੀ ਧੁਨੀ ਆਉਂਦੀ ਹੈ ਅੰਗਾਂ ਦੀ, ਤਾਂ ਇਸੇ ਚਿੰਨ੍ਹ ਦੀ ਧੁਨੀ ਹੈਗੀ ਹੈ ਜੀ ਅੰਗਾ। ਉਸੇ ਧੁਨੀ ਨੂੰ ਚਿੰਨ੍ਹ ਜਿਹੜਾ ਹੈਗਾ ਉਹਦਾ ਧੁਨੀ ਦਾ ਇਹ ਵਾਲਾ ਚਿੰਨ੍ਹ ਹੈਗਾ ਅੰਗਾ ਧੁਨੀ ਦਾ। ਤਾਂ ਇਹ ਪੂਰੀ ਲਾਈਨ ਨੂੰ ਕਿਹਾ ਜਾਂਦਾ ਹੈ ਕਵਰਗ। ਇਸੇ ਤਰ੍ਹਾਂ ਉਸ ਤੋਂ ਅਗਲੀ ਲਾਈਨ ਚ ਤੋਂ ਸ਼ੁਰੂ ਹੁੰਦੀ ਹੈ, ਤਾਂ ਇਸਨੂੰ ਕਿਹਾ ਜਾਂਦਾ ਜੀ ਚ ਵਰਗ। ਚ ਵਰਗ। ਤਾਂ ਚ ਵਰਗ 'ਚ ਕਿਹੜੇ ਕਿਹੜੇ ਆ ਗਏ? ਚੱਚਾ, ਚੱਛਾ, ਜੱਜਾ, ਝੱਜਾ। ਤੇ ਇਸ ਨੂੰ ਕਿਹਾ ਜਾਂਦਾ ਹੈ ਜੀ ਈਆਂ। ਈਆਂ, ਨੱਕ ਤੋਂ ਜਿਹੜਾ ਸਾਊਂਡ ਆਉਂਦਾ ਹੈ ਈਆਂ। ਜਿਵੇਂ ਸ਼ਬਦ ਹੋ ਗਿਆ ਮੀਆਂ, ਤਾਂ ਮੀਆਂ ਦੇ ਵਿੱਚ ਮ ਤੋਂ ਬਾਅਦ ਜਿਹੜਾ ਈਆਂ ਦਾ ਸਾਊਂਡ ਹੈ ਉਹ ਇਹੀ ਹੈ ਜੀ ਈਆਂ। ਚੱਚਾ, ਛੱਛਾ, ਜੱਜਾ, ਝੱਜਾ, ਈਆਂ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਟ ਤੋਂ ਸ਼ੁਰੂ ਹੁੰਦਾ, ਤਾਂ ਇਸ ਨੂੰ ਕਿਹਾ ਜਾਂਦਾ ਟ ਵਰਗ। ਤਾਂ ਟ ਵਰਗ 'ਚ ਕਿਹੜੇ ਕਿਹੜੇ ਚਿੰਨ੍ਹ ਆ ਜਾਂਦੇ ਆ? ਟ, ਠ, ਡ, ਟ ਤੇ ਨਾਲ ਨਾਣਾ। ਇਹ ਵੀ ਨੱਕ ਦਾ ਸਾਊਂਡ ਹੈ ਜੀ, ਟ, ਠ, ਡ, ਟ, ਨਾਣਾ। ਉਸ ਤੋਂ ਬਾਅਦ ਤੱਤੇ ਵਾਲੀ ਲਾਈਨ ਆ ਜਾਂਦੀ ਹੈ ਜੀ, ਇਸਨੂੰ ਤ ਵਰਗ ਕਹਿ ਦਿੰਦੇ, ਕਿਉਂਕਿ ਤ ਤੋਂ ਸ਼ੁਰੂ ਹੁੰਦੀ ਹੈ ਇਸ ਕਰਕੇ ਤ ਵਰਗ।
जिसनों इकट्ठा बोलन लगे आपां तवर्ग भी कह दिंदे आ। तां तवर्ग दे विच किहड़ी धुनी है? त थ द त न, यानी कि तत्ता तत्था दद्दा तद्दा नन्ना। उस तो बाद आ जांदे जी प तो शुरू हुंदी है, इस करके प वर्ग। इसनूं कहा जाता है प वर्ग च किहड़ी धुनी आ जाती है? प फ ब प म। इस तो बाद य वाली लाइन आ जाती है। तो य वाली नूं किहड़ा वर्ग कहा जाता है जी? य वाली नूं अंतिम वर्ग कहा जाता है, क्योंकि 35 अखरी दे विच ये जिहड़ा वर्ग हैगा, ये लाइन जो सीगी वो लास्ट लाइन सीगी, तो इसनूं अंतिम वर्ग कहा जाता है। उस तो बाद कुछ नवें जिहड़े चिन्ह इहदे विच जिहड़े जोड़ दिते गए, इस करके जिहड़े आ 6 अखर जिहड़े नवें फारसी भाषा दे विचों लैके जोड़े गए, उसनूं कहा जाता है जी नवीन वर्ग। इसनूं कहा जाता है नवीन वर्ग। वर्णमाला यानी कि 35 अखरी दे विचों असीं सब तो पहला वर्ग देखे कि किहड़ी लाइन नूं किहड़ा वर्ग जिहड़ा कहा जाता है। सब तो पहली लाइन नूं मिश्रित वर्ग कहा जाता है। इन्हां वर्ग ते क्वेश्चन पक्का हैगा जी। पहला मिश्रित वर्ग, फिर कवर्ग, दैन चवर्ग, दैन टवर्ग, फिर तवर्ग, दैन पवर्ग, उस तो बाद अंतिम वर्ग ते नवीन वर्ग। जे तुसीं इसनूं गिनो, क्वेश्चन ये भी आ जाता है कि 35 अखरी यानी कि पंजाबी दी वर्णमाला विच किन्ने वर्ग हन? तां 1 2 3 4 5 6 7 8, तां टोटल 8 वर्ग हन। तां ये टोटल जिहड़े हैं 8 वर्ग हैं। ये क्वेश्चन जरूर आता है जी कि किन्ने वर्ग ने? तो 8 वर्ग ने। पहला मिश्रित वर्ग है, अंतिम वर्ग, तो लास्ट वाला फिर नवीन वर्ग। ठीक, जिस दे विच सस्से पैर बिंदी श, खखे पैर बिंदी, गग्गे पैर बिंदी, जज्जे पैर बिंदी ज, फफे पैर बिंदी ते लल्ले पैर बिंदी। ये 6 जिहड़े चिन्ह ने फारसी भाषा दे विचों चुने गए ने। जिहड़ा इत्थे नीचे आ बिंदी लगी हुई है जी, इसनूं नुक्ता भी कहा जाता है। तो नुक्ते वाले चिन्ह भी इन्हां नूं कहा जाता है। तो इन्हां बिंदियां नूं नुक्ते वाले चिन्ह कहा जाता है। फारसी भाषा दे विच जिहड़े नुक्ते वाले चिन्ह हुंदे ने, तो वो चिन्हां नूं 6 चिन्हां नूं अपनी पंजाबी बोली दे विच, पंजाबी वर्णमाला दे विच ऐड किया गया। तो ये हो गया जी वर्गां दे रिलेटिड। हुण इहदे विचों आपां देखदे हां, अपनी धुनियां दा वर्गीकरण करदे हां एक एक करके। सब तो पहलां आपां कीता सी जी खंडी धुनियां। खंडी धुनियां दे विच 3 तरहां दी जिहड़ा वर्गीकरण कीता सी। सब तो पहलां आपां कीता सी स्वर। तो इहदे विच स्वर किहड़े ने? तां आ जिहड़े हैगे आ जी, आ पहले 3, तां ये पहले 3 हैगे आ जी, ये हो गए स्वर। तो इन्हां नूं स्वर कहा जाता है, पहले 3 नूं। तो वर्णमाला दे पहले 3 चिन्ह ऊड़ा आड़ा ईड़ी, ये हो गए जी स्वर। उस तो बाद जिहड़े रह गए व्यंजन किहड़े ने? तो उस तो बाद जिहड़े आ ने गे, ये वाले आ जिन्ने चिन्ह ने, ये सारे की ने जी? ये सारे हैगे हैं व्यंजन। इन्हां नूं असीं की कहने आ? व्यंजन। व्यंजनां दे विच मैं तुहानूं लास्ट वीडियो दे विच भी दस्सी सी कि व्यंजन जिहड़े ने 35 अखरी दे विच, 35 अखरी यानी कि साडी जिहड़ी पुरानी वर्णमाला है, सस्से तो लैके राड़े तक, इत्थे तक, तां ये किन्ने व्यंजन आंदे ने? ये आ जांदे जी 32। पर आधुनिक वर्णमाला जिस दे विच नवीन वर्ग भी जोड़ दिता गया, तां उत्थे सस्से तो लैके लल्ले पैर बिंदी तक किन्ने वर्ग आउंदे ने? हाँ जी, तो आधुनिक वर्णमाला विच सस्से तो लैके लल्ले पैर बिंदी तक किन्ने व्यंजन आउंदे ने? वो आउंदे हैं जी 38। तो उत्थे आउंदे हैं जी 38 व्यंजन। पहले 3 चिन्ह स्वर, बाकी सारे जो रह गए वो व्यंजन। उन्हां व्यंजनां दे विचों सस्से तो लैके राड़े तक जिहड़े है उत्थे 32 व्यंजन, ते सस्से तो लैके लल्ले पैर बिंदी तक जिहड़े व्यंजन है वो हैगे जी टोटल 38 व्यंजन। तो हो गए जी स्वर ते व्यंजन। इस तो इलावा खंडी धुनियां दे विच असीं एक टाइप जिहड़ी होर कीती सी, वो सी जी अर्ध स्वर। तो अर्ध स्वर किहड़े किहड़े ने? तो यइया, य ते वो, ये दो जिहड़े ने वो हैगे जी अर्ध स्वर। आपां इहनूं साइड ते इत्थे लिख लैंदे आ इस तरह, ये हैगे जी अर्ध स्वर। तुसीं भी नाल इसी तरह चार्ट बना सकते हो, ताकि जब भी तुसीं इस वर्णमाला वाले चार्ट नूं देखो तुहानूं सारी चीज़ां जिहड़ियां वो क्लीयर हो जाण। अर्ध स्वर, 2 ही अर्ध स्वर ने, य ते वो। इन्हां दी जो धुनी है वो ना तो पूरी तरह स्वर है ते ना ही पूरी तरह ये व्यंजन आउंदे ने। स्वरां दे थोड़े ज़्यादा नेड़े होण करके इन्हां नूं अर्ध स्वर कहा जाता है। तो अपने वर्णमाला जिहड़ी है उसके थ्रू आपां देखिया, पहला सारे वर्ग देखे, फिर उहदे विच पहले 3 चिन्ह ने वो स्वर हो गए, बाकी सारे रहिंदे व्यंजन हो गए, ते 2 इहदे विच जिहड़े आ वो अर्ध स्वर ने। ये हो गया जी साडा खंडी धुनियां दा वर्गीकरण वर्णमाला ते।
ਹੁਣ ਆਪਾਂ ਕਰਦੇ ਹਾਂ ਜੀ ਵਿਅੰਜਨਾਂ ਦਾ ਵਰਗੀਕਰਨ, ਕਿਉਂਕਿ ਸਾਨੂੰ ਪਤਾ ਵਿਅੰਜਨ ਵੀ ਅੱਗੇ ਵਰਗੀਕ੍ਰਿਤ ਕੀਤੇ ਗਏ ਨੇ। ਤਾਂ ਵਿਅੰਜਨਾਂ ਦਾ ਵਰਗੀਕਰਨ ਜਿਹੜੇ ਆਪਾਂ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਦੇਖੇ ਨੇ, ਇਹਨਾਂ ਦਾ ਜਿਹੜਾ ਵਰਗੀਕਰਨ ਹੈ ਹੁਣ ਆਪਾਂ ਇਸੇ ਚਾਰਟ ਤੇ ਉਹ ਕਰਾਂਗੇ। ਹਾਂਜੀ, ਖੰਡੀ ਧੁਨੀਆਂ ਦੀ ਆਪਾਂ ਵਰਗੀਕਰਨ ਕਰ ਚੁੱਕੇ ਹਾਂ, ਸਵਰ, ਅਰਧ ਸਵਰ ਤੇ ਵਿਅੰਜਨ, ਜਿਹਨੂੰ ਆਪਾਂ ਵਰਨਮਾਲਾ ਦੇ ਥਰੂ ਸਮਝਿਆ। ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਵਿਅੰਜਨਾਂ ਦਾ ਵਰਗੀਕਰਨ। ਵਿਅੰਜਨਾਂ ਦਾ ਵਰਗੀਕਰਨ ਅਸੀਂ ਦੋ ਤਰ੍ਹਾਂ ਦੇ ਤਰੀਕੇ ਨਾਲ ਕਰਦੇ ਹਾਂ, ਉਚਾਰਨ ਸਥਾਨ ਦੇ ਆਧਾਰ ਤੇ ਉਚਾਰਨ ਢੰਗ ਦੇ ਆਧਾਰ ਤੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਉਚਾਰਨ ਸਥਾਨ ਦੇ ਆਧਾਰ ਤੇ। ਤਾਂ ਉਚਾਰਨ ਸਥਾਨ ਦੇ ਆਧਾਰ ਤੇ ਆਪਾਂ ਵਰਨਮਾਲਾ ਦੇ ਥਰੂ ਸਮਝਦੇ ਹਾਂ ਕਿ ਕਿਹੜੀ ਧੁਨੀ ਨੂੰ ਕੰਠੀ ਧੁਨੀ, ਕਿਹੜੀਆਂ ਧੁਨੀਆਂ ਨੂੰ ਤਾਲਵੀ, ਦੰਤੀ ਤੇ ਉਲਟ ਜੀਬੀ ਤੇ ਹੋਂਠੀ ਕਿਹਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪੜ੍ਹਨ ਲੱਗਿਆ ਜੀ ਕੰਠੀ ਧੁਨੀਆਂ ਬਾਰੇ। ਉਹ ਧੁਨੀਆਂ ਜਿਹੜੇ ਕੰਠ ਤੋਂ ਯਾਨੀ ਕਿ ਗਲੇ ਤੋਂ ਉਚਾਰੀਆਂ ਜਾਂਦੀਆਂ ਨੇ। ਤੁਸੀਂ ਵਰਨਮਾਲਾ ਦੇ ਵਿੱਚ ਖੁਦ ਹੀ ਆਪਣੇ ਮੂੰਹ ਤੋਂ ਉਚਾਰ ਕੇ ਦੇਖੋ, ਕ, ਖ, ਗ, ਕ, ਅੰਗਾਂ ਤਾਂ ਖੁਦ ਤੁਸੀਂ ਇਹਨੂੰ ਮਹਿਸੂਸ ਕਰ ਸਕਦੇ ਹੋ। ਇਹ ਸਾਰੀ ਧੁਨੀਆਂ ਦਾ ਉਚਾਰਨ ਜਿਹੜਾ ਉਹ ਗਲੇ ਤੋਂ ਹੁੰਦਾ ਹੈ, ਕੰਠ ਤੋਂ ਹੁੰਦਾ ਹੈ। ਇਸ ਕਰਕੇ ਇਹਨਾਂ ਧੁਨੀਆਂ ਨੂੰ ਜਿਹੜਾ ਹੈ ਉਹ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਕੰਠੀ ਧੁਨੀਆਂ, ਕਿਉਂਕਿ ਇਹਨਾਂ ਸਾਰੀਆਂ ਧੁਨੀਆਂ ਦਾ ਉਚਾਰਨ ਕੰਠ ਤੋਂ ਕੀਤਾ ਜਾਂਦਾ ਹੈ, ਇਸ ਕਰਕੇ ਇਹਨਾਂ ਨੂੰ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦਾ ਸਾਡਾ ਚ ਵਰਗ। ਚ ਵਰਗ ਨੂੰ ਜਦੋਂ ਅਸੀਂ ਬੋਲਦੇ ਹਾਂ ਚ, ਛ, ਜ, ਚ, ਈਆਂ, ਤਾਂ ਇਹਨਾਂ ਦਾ ਜਿਹੜਾ ਸਾਊਂਡ ਹੈ, ਇਹਨਾਂ ਦਾ ਜਿਹੜਾ ਧੁਨੀ ਹੈ ਉਹ ਕਿੱਥੋਂ ਬੋਲੀ ਜਾਂਦੀ ਹੈ ਜੀ? ਉਹ ਬੋਲੀ ਜਾਂਦੀ ਹੈ ਜਦੋਂ ਜੀਭ ਸਾਡੀ ਤਾਲੂਏ ਨਾਲ ਟੱਚ ਕਰਕੇ ਫਿਰ ਇਹਨਾਂ ਸਾਰੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਤਾਲਵੀ ਧੁਨੀਆਂ। ਇਹਨਾਂ ਨੂੰ ਕਿਹਾ ਜਾਂਦਾ ਜੀ ਤਾਲਵੀ ਧੁਨੀਆਂ, ਕਿਉਂਕਿ ਇਹਨਾਂ ਧੁਨੀਆਂ ਦਾ ਉਚਾਰਨ ਕਰਦੇ ਸਮੇਂ ਚ, ਛ, ਇਹਨਾਂ ਸਭ ਚੀਜ਼ਾਂ ਦਾ ਉਚਾਰਨ ਕਰਦੇ ਸਮੇਂ ਸਾਡੀ ਜੋ ਜੀਭ ਹੈਗੀ ਹੈ ਉਹ ਤਾਲੂਏ ਨਾਲ ਟੱਚ ਕਰਦੀ ਹੈ, ਅਤੇ ਤਾਲੂਏ ਨਾਲ ਟੱਚ ਕਰਨ ਤੋਂ ਬਾਅਦ ਇਹ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਕਰਕੇ ਇਹਨਾਂ ਧੁਨੀਆਂ ਨੂੰ ਤਾਲਵੀ ਧੁਨੀਆਂ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਜੀ ਸਾਡਾ ਟ ਵਰਗ, ਅਤੇ ਇਹਨਾਂ ਨੂੰ ਜਦੋਂ ਤੁਸੀਂ ਉਚਾਰਦੇ ਹੋ, ਉਚਾਰ ਕੇ ਦੇਖੋ ਟ, ਠ, ਡ, ਟ, ਨਾਣਾ। ਤਾਂ ਜਦ ਵੀ ਇਹਨਾਂ ਧੁਨੀਆਂ ਨੂੰ ਉਚਾਰਿਆ ਜਾਂਦਾ ਸਾਡੀ ਜਿਹੜੀ ਜੀਭ ਹੈਗੀ ਹੈ ਉਹ ਥੋੜ੍ਹੀ ਜਿਹੀ ਅੰਦਰ ਵੱਲ ਨੂੰ ਮੁੜ ਜਾਂਦੀ ਹੈ। ਜੀਭ ਜੋ ਹੈ ਉਹ ਅੰਦਰ ਵੱਲ ਨੂੰ ਮੁੜ ਕੇ ਫਿਰ ਇਹਦਾ ਜਿਹੜਾ ਉਚਾਰਨ ਉਹ ਹੁੰਦਾ। ਇਸ ਕਰਕੇ ਇਹਨਾਂ ਨੂੰ ਉਲਟ ਜੀਬੀ ਧੁਨੀਆਂ ਕਿਹਾ ਜਾਂਦਾ ਹੈ, ਜਾਂ ਇਸ ਤੋਂ ਇਲਾਵਾ ਇਸ ਨੂੰ ਮੂਰ ਧੁਨੀਆਂ ਵੀ ਕਿਹਾ ਜਾਂਦਾ ਹੈ। ਮੂਰ ਧੁਨੀਆਂ, ਇਸ ਨੂੰ ਮੂਰ ਧੁਨੀਆਂ ਜਾਂ ਉਲਟ ਜੀਬੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅੱਗੇ ਆ ਗਿਆ ਜੀ ਆਪਣਾ ਤ ਵਰਗ। ਤ ਵਰਗ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਉਚਾਰਦੇ ਹਾਂ ਤ, ਥ, ਦ, ਤ, ਨ, ਤਾਂ ਇਹਨਾਂ ਧੁਨੀਆਂ ਦਾ ਉਚਾਰਦੇ ਸਮੇਂ ਤੁਹਾਡੀ ਜਿਹੜੀ ਜੀਭ ਹੈਗੀ ਹੈ ਉਹ ਉੱਪਰਲੇ ਦੰਦਾਂ ਦੇ ਨਾਲ ਟੱਚ ਕਰਕੇ, ਉੱਪਰਲੇ ਦੰਦਾਂ ਦੇ ਨਾਲ ਹਿੱਸੇ ਨਾਲ ਟੱਚ ਕਰਕੇ ਫਿਰ ਇਹਨਾਂ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਕਰਕੇ ਇਹਨਾਂ ਧੁਨੀਆਂ ਨੂੰ ਅਸੀਂ ਕਹਿੰਦੇ ਹਾਂ ਦੰਤੀ ਧੁਨੀਆਂ। ਦੰਤੀ ਮਤਲਬ ਦੰਦ ਨਾਲ ਜੋ ਜੀਭ ਟੱਚ ਕਰਕੇ ਫਿਰ ਧੁਨੀਆਂ ਜਿਹੜੀਆਂ ਉਚਾਰੀਆਂ ਜਾਂਦੀਆਂ ਨੇ ਉਹਨਾਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਤਾਂ ਕੰਠੀ ਧੁਨੀਆਂ, ਤਾਲਵੀ, ਉਲਟ ਜੀਬੀ ਤੇ ਦੰਤੀ। ਇਸ ਤੋਂ ਬਾਅਦ ਸਾਡਾ ਅੱਗੇ ਵਰਗ ਆ ਜਾਂਦਾ ਪ ਵਰਗ। ਪ ਵਰਗ ਦੇ ਵਿੱਚ ਜਦੋਂ ਅਸੀਂ ਇਹਨੂੰ ਉਚਾਰਦੇ ਹਾਂ ਪ, ਫ, ਬ, ਪ, ਮ, ਤਾਂ ਇਹਨਾਂ ਸਾਰੀਆਂ ਹੀ ਧੁਨੀਆਂ ਦਾ ਉਚਾਰਨ ਜਿਹੜਾ ਹੈ ਉਹ ਹੋਂਠ ਨਾਲ ਯਾਨੀ ਕਿ ਬੁੱਲਾਂ ਦੇ ਨਾਲ ਕੀਤਾ ਜਾਂਦਾ ਹੈ। ਤਾਂ ਹੋਂਠਾਂ ਦੇ ਨਾਲ ਇਹਨਾਂ ਦਾ ਉਚਾਰਨ ਹੋਣ ਕਰਕੇ ਇਹਨਾਂ ਸਾਰੀਆਂ ਧੁਨੀਆਂ ਨੂੰ ਅਸੀਂ ਹੋਂਠੀ ਧੁਨੀਆਂ ਕਿਹਾ ਜਾਂਦਾ ਹੈ। ਹੋਂਠੀ ਧੁਨੀਆਂ ਕਿਹਾ ਜਾਂਦਾ ਹੈ। ਤਾਂ ਪਹਿਲੀ ਕ ਵਰਗ ਨੂੰ ਕੰਠੀ, ਚ ਵਰਗ ਨੂੰ ਤਾਲਵੀ, ਟ ਵਰਗ ਨੂੰ ਉਲਟ ਜੀਬੀ, ਤ ਵਰਗ ਨੂੰ ਦੰਤੀ, ਪ ਵਰਗ ਨੂੰ ਹੋਂਠੀ ਧੁਨੀਆਂ ਕਿਹਾ ਜਾਂਦਾ ਹੈ। ਇਹ ਸੀਗਾ ਜੀ ਵਿਅੰਜਨਾਂ ਦਾ ਵਰਗੀਕਰਨ ਉਚਾਰਨ ਸਥਾਨ ਦੇ ਆਧਾਰ ਤੇ। ਤਾਂ ਆਈ ਹੋਪ ਤੁਹਾਨੂੰ ਇਹ ਸਾਰੀ ਚੀਜ਼ ਜਿਹੜੀ ਹੈ ਕਲੀਅਰ ਹੋ ਗਈ ਹੋਏਗੀ। ਸਭ ਤੋਂ ਪਹਿਲਾਂ ਅਸੀਂ ਖੰਡੀ ਧੁਨੀਆਂ ਦਾ ਜਿਹੜਾ ਵਰਗੀਕਰਨ ਕੀਤਾ, ਜਿਸ 'ਚ ਅਸੀਂ ਸਵਰ ਦੇਖੇ, ਅਰਧ ਸਵਰ ਦੇਖੇ, ਉਸ ਤੋਂ ਬਾਅਦ ਅਸੀਂ ਵਿਅੰਜਨ ਦੇਖੇ, ਫਿਰ ਅਸੀਂ ਵਿਅੰਜਨਾਂ ਦੇ ਵਿੱਚ ਉਚਾਰਨ ਸਥਾਨ 'ਤੇ ਵਿਅੰਜਨਾਂ ਦਾ ਵਰਗੀਕਰਨ ਕੀਤਾ, ਜਿਸ 'ਚ ਕ ਵਰਗ ਨੂੰ ਕੰਠੀ ਧੁਨੀਆਂ, ਚ ਵਰਗ ਨੂੰ ਤਾਲਵੀ, ਟ ਵਰਗ ਨੂੰ ਉਲਟ ਜੀਬੀ, ਤ ਵਰਗ ਨੂੰ ਦੰਤੀ ਅਤੇ ਪ ਵਰਗ ਨੂੰ ਹੋਂਠੀ ਧੁਨੀਆਂ ਕਿਹਾ ਜਾਂਦਾ। ਤਾਂ ਆਈ ਹੋਪ ਤੁਹਾਨੂੰ ਇਹ ਸਾਰਾ ਕੁਝ ਕਲੀਅਰ ਹੋ ਗਿਆ ਹੋਏਗਾ। ਇਸ ਤੋਂ ਬਾਅਦ ਅੱਗੇ ਅਸੀਂ ਵਿਅੰਜਨਾਂ ਦਾ ਵਰਗੀਕਰਨ ਜਿਹੜਾ ਉਹ ਉਚਾਰਨ ਢੰਗ ਦੇ ਆਧਾਰ 'ਤੇ ਕਰਾਂਗੇ। ਉਹਨਾਂ ਸਾਰੇ ਵਰਗੀਕਰਨ ਨੂੰ ਅਸੀਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦੇਖਾਂਗੇ। ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਹੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਉਸਦਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਥੈਂਕ ਯੂ।